ਆਪਾਂ ਜੇ ਇਸ ਕਾਲੇ ਦਿਵਸ ਦੇ ਉਤਸ਼ਾਹ 'ਚ ਜਾਂ ਕਾਲੇ ਝੰਡਿਆਂ ਦੇ ਉਤਸ਼ਾਹ 'ਚ ਇਕੱਠ ਐਸੇ ਹੁੰਦੇ ਆ ਜਿਨ੍ਹਾਂ ਨਾਲ, ਕਿਉਂਕਿ ਬਹੁਤ ਭਿਅੰਕਰ ਬਿਮਾਰੀ ਹੈ ਕਰੋਨਾ ਦੀ ਦੂਸਰੀ ਲਹਿਰ ਜਿਹੜੀ ਆ ਹੁਣ ਡਾਊਨਫਾਲ 'ਤੇ ਆ, ਅਤੇ ਤੀਸਰੀ ਆ ਜਾਣੀ ਆ। ਤੀਸਰੀ ਆਉਣ ਲਈ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬਹੁਤ ਵੱਡੀਆਂ ਸਹਾਇਕ ਹੋ ਸਕਦੀਆਂ। ਕਾਲਾ ਦਿਵਸ ਵੀ ਮਨਾਉਣਾ ਤਾਂ ਪੂਰੀ ਲੋਕਡਾਊਨ ਦੀਆਂ ਮਰਿਆਦਾ ਮੁਤਾਬਕ ਮਨਾਉਣਗੇ ਤਾਂ ਜਿਹੜੇ ਆ ਉਹ ਜਿਹੜੀ ਇਹ ਹੌਲੀ ਹੌਲੀ ਚੀਜ਼ਾਂ ਬਾਹਰ ਆ ਰਹੀਆਂ, ਬਿੱਲੀ ਥੈਲੇ 'ਚੋਂ ਬਾਹਰ ਆ ਰਹੀ ਆ। ਟਾਰਗੇਟ ਸਿਰਫ ਇੱਕੋ ਬੀਜੇਪੀ ਆ ਔਰ ਟਾਰਗੇਟ ਸਿਰਫ ਮੋਦੀ ਆ। ਮੋਦੀ ਕਿਸਾਨਾਂ ਦਾ ਹਿਤੈਸ਼ੀ ਆ। ਉਹ ਦੂਜੇ ਪਾਸੇ ਆ ਸਾਡੇ ਕੈਪਟਨ ਸਾਹਿਬ ਬੈਠੇ ਆ। 90,000 ਕਰੋੜ ਲੋਨ ਬਣ ਗਿਆ ਤਾਂ ਚੀਕਾਂ ਨਿਕਲੀਆਂ ਪਈਆਂ। 6,000 7,000 ਕਰੋੜ ਵੀ ਨਹੀਂ ਦੇ ਹੋਇਆ ਹਾਲੇ ਤੱਕ। ਕਰੋਨਾ ਤਾਂ ਕੋਈ ਪੋਲੀਟੀਕਲ ਨਹੀਂ ਨਾ ਬਿਮਾਰੀ, ਉਹਨੇ ਤਾਂ ਨਹੀਂ ਦੇਖਣਾ ਇਹ ਕਿਸਾਨ ਆ ਜਾਂ ਇਹ ਸੰਤ ਆ ਜਾਂ ਸਾਧੂ ਆ ਜਾਂ ਮਹਾਤਮਾ ਆ ਜਾਂ। ਪਰ ਐਤਕੀ ਸਾਡਾ ਟਾਰਗੇਟ, ਅਸੀਂ ਇੱਕ ਅਭਿਆਨ ਚਲਾਇਆ ਹੈ ਸੇਵਾ ਹੀ ਸੰਗਠਨ ਦਾ। ਉਹ 'ਚ ਅਸੀਂ ਸਾਰੇ ਹਮ ਵਿਚਾਰਕ ਜਿਹੜੇ ਹੈਗੇ ਆ ਲੋਕ, ਜਿਹੜੇ ਹਿਊਮੈਨਿਟੀ ਨੂੰ ਦੀ ਸੇਵਾ ਕਰਨ ਵਾਲੇ ਲੋਕ ਇਕੱਠੇ ਹੋਏ ਆ। ਕਰੋਨਾ ਨਾਲ ਲੜਾਈ ਦਾ ਵਕਤ ਹੈ, ਰਾਜਨੀਤੀ ਕਰਨੇ ਦਾ ਵਕਤ ਨਹੀਂ। ਇਹ ਲੋਕ ਜਿਹੜੇ ਅੱਜ ਕਦੀ ਕਿਸਾਨੀ ਦੇ ਨਾਂ 'ਤੇ ਰਾਜਨੀਤੀ ਕਰਦੇ, ਕਦੀ ਕਰੋਨਾ ਦੇ ਨਾਂ 'ਤੇ ਰਾਜਨੀਤੀ ਕਰਦੇ ਆ। ਲੋਕ ਇਹਨਾਂ ਨੂੰ ਫਟਕਾਰਨਗੇ 22 ਦੇ ਚੁਣਾਵ 'ਚ, ਇਹਨਾਂ ਨੂੰ ਦੂਰ ਰੱਖਣਗੇ ਕਿਉਂਕਿ ਇਹਨਾਂ ਦੇ ਸਭ ਦੇ ਚਿਹਰੇ ਬੇਨਕਾਬ ਹੋ ਚੁੱਕੇ। ਨਮਸਕਾਰ, ਸੁਪਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਿਤਿਸ਼ ਕੁਮਾਰ ਚੈਨਲ ਸਵਾਗਤ ਕਰਦਾ ਹਾਂ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਭਾਜਪਾ ਦੇ ਵਰਿਸ਼ਠ ਨੇਤਾ ਸ਼੍ਰੀ ਤੀਕਸ਼ਣ ਸੂਦ ਜੀ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ ਨਮਸਕਾਰ। ਨਮਸਕਾਰ ਜੀ। ਸਰ, ਜਿੱਦਾਂ ਕਿਸਾਨ ਕੱਲ੍ਹ 26 ਤਰੀਕ ਨੂੰ 6 ਮਹੀਨੇ ਪੂਰੇ ਹੋਣ 'ਤੇ ਇੱਕ ਕਾਲਾ ਦਿਵਸ ਦਾ ਕਿਹਾ, ਤੁਸੀਂ ਸਰ ਕਿਸ ਤਰੀਕੇ ਨਾਲ ਦੇਖਦੇ ਹੈਗੇ ਉਸ ਨੂੰ? ਦੇਖੋ, ਅਸੀਂ ਤਾਂ ਬਹੁਤ ਦੇਰ ਦੇ ਇਹੀ ਕਹਿੰਦੇ ਆ ਕਿ ਆਪਣੀਆਂ ਮੰਗਾਂ ਰੱਖਣਾ ਔਰ ਪ੍ਰੋਟੈਸਟ ਕਰਨਾ ਸਭ ਦਾ ਸੰਵਿਧਾਨਿਕ ਹੱਕ ਆ, ਔਰ ਸੰਵਿਧਾਨ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੀਤਾ ਜਾਵੇ ਤਾਂ ਜਿਹਦੇ 'ਚ ਲੋਕਾਂ ਨੂੰ ਤਕਲੀਫ ਨਾ ਹੋਵੇ ਉਹ ਹੋਰ ਵੀ ਚੰਗਾ ਹੈਗਾ। ਕਿਸਾਨ ਜੇ ਉਹਨੂੰ ਕਾਲੇ ਝੰਡੇ ਲਗਾ ਕੇ ਮਨਾਉਣਾ ਚਾਹੁੰਦੇ ਆ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਪਰ ਗੱਲ ਇੱਕੋ ਹੀ ਆ ਭਈ, ਇਹ ਜਿਹੜੀ ਜਾਨ ਹੈ ਬਹੁਤ ਕੀਮਤੀ ਹੈਗੀ ਆ। ਇਹ ਚਾਹੇ ਕਿਸਾਨ ਆ ਚਾਹੇ ਕੋਈ ਵੀ ਆ, ਸਭ ਨੂੰ ਉਹਦੀ ਸੁਰੱਖਿਆ ਕਰਨ ਦੀ ਲੋੜ ਆ। ਕਿਸੇ ਲਈ ਨਹੀਂ, ਆਪਣੇ ਲਈ ਲੋੜ, ਆਪਣੇ ਪਰਿਵਾਰ ਲਈ ਲੋੜ ਹੈਗੀ ਆ। ਸੋ ਆਪਾਂ ਜੇ ਇਸ ਕਾਲੇ ਦਿਵਸ ਦੇ ਉਤਸ਼ਾਹ 'ਚ ਜਾਂ ਕਾਲੇ ਝੰਡਿਆਂ ਦੇ ਉਤਸ਼ਾਹ 'ਚ ਇਕੱਠ ਐਸੇ ਹੁੰਦੇ ਆ ਜਿਨ੍ਹਾਂ ਨਾਲ, ਕਿਉਂਕਿ ਬਹੁਤ ਭਿਅੰਕਰ ਬਿਮਾਰੀ ਹੈ ਕਰੋਨਾ ਦੀ ਦੂਸਰੀ ਲਹਿਰ ਜਿਹੜੀ ਆ ਹੁਣ ਡਾਊਨਫਾਲ 'ਤੇ ਆ, ਅਤੇ ਤੀਸਰੀ ਆ ਜਾਣੀ ਆ। ਤੀਸਰੀ ਆਉਣ ਲਈ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬਹੁਤ ਵੱਡੀਆਂ ਸਹਾਇਕ ਹੋ ਸਕਦੀਆਂ। ਸੋ ਆਪਾਂ ਤਾਂ ਬਿਲਕੁਲ ਇਸ ਹੱਕ 'ਚ ਜੇ ਕਾਲਾ ਦਿਵਸ ਵੀ ਮਨਾਉਣਾ ਤਾਂ ਪੂਰੀ ਲੋਕਡਾਊਨ ਦੀਆਂ ਮਰਿਆਦਾ ਮੁਤਾਬਕ ਮਨਾਉਣਗੇ ਤਾਂ ਉਹਦੇ 'ਚ ਸਭ ਦਾ ਹੀ ਭਲਾ ਹੈਗਾ। ਸਰ, ਜਿਵੇਂ ਕਈ ਰਾਜਨੀਤਿਕ ਦਲ ਕਿਸਾਨਾਂ ਨੂੰ ਸਪੋਰਟ ਕਰ ਰਹੇ ਨੇ, ਕਿਆ ਤੁਹਾਨੂੰ ਲੱਗਦਾ ਹੈਗਾ ਇਹ ਜੈਨੂਅਨਲੀ ਕਿਸਾਨਾਂ ਦੇ ਨਾਲ ਨੇ ਕਿ ਆਪਣਾ ਵੋਟ ਬੈਂਕ ਵਾਸਤੇ ਸਪੋਰਟ ਹੋ ਰਿਹਾ? ਦੇਖੋ, ਹਿੰਦੁਸਤਾਨ ਦੀ ਜਿਹੜੀ ਆਬਾਦੀ ਆ ਨਾ 60% ਤੋਂ ਉੱਪਰ ਕਿਸਾਨੀ ਕਰਦੀ। ਮੈਂ ਖੁਦ ਕਿਸਾਨ ਹਾਂ, ਠੀਕ ਹੈ ਨਾ। ਮੈਂ ਖੁਦ ਕਿਸਾਨ ਹਾਂ। ਮੈਂ ਪਰਸਨਲੀ ਹੱਥੀਂ ਵੀ ਖੇਤੀ ਕਰਦਾ ਰਿਹਾ। ਅੱਜ ਕੱਲ੍ਹ ਮੈਂ ਪਾਪੂਲਰ ਸਫੈਦੇ ਲਾਏ ਹੋਏ ਆ। ਹਾਂਜੀ, ਅਤੇ ਜਿਹੜੀ ਬਹੁਤੇ ਲੋਕ ਜਿਹੜੇ ਆ ਉਹ ਜਿਹੜੀ ਇਹ ਹੌਲੀ ਹੌਲੀ ਚੀਜ਼ਾਂ ਬਾਹਰ ਆ ਰਹੀਆਂ, ਬਿੱਲੀ ਥੈਲੇ 'ਚੋਂ ਬਾਹਰ ਆ ਰਹੀ ਆ। ਜਿਹੜੀ 12 ਪਾਰਟੀਆਂ ਨੇ ਕਹਿ ਦਿੱਤਾ ਅਸੀਂ ਸਮਰਥਨ ਕਰਨਾ। ਪਹਿਲਾਂ ਵੀ ਇਹਨਾਂ ਦੇ ਬੰਦੇ ਹੀ ਬੜੇ ਹੋਏ ਆ। ਤੁਸੀਂ ਇਕੱਲੇ ਇਕੱਲੇ ਦਾ ਪ੍ਰੋਫਾਈਲ ਦੇਖੋਗੇ ਨਾ, ਜਿਹੜੇ ਲੀਡਰੀਆਂ ਝਾੜਦੇ ਆ, ਆਮ ਕਿਸਾਨ ਨੂੰ ਤਾਂ ਬਹੁਤ ਵਾਰੀ ਗੁੰਮਰਾਹੀ ਕੀਤਾ ਜਾਂਦਾ ਹੈਗਾ ਅਤੇ ਉਹਦੀ ਇਨਵੋਲਵਮੈਂਟ ਵੀ ਨਹੀਂ। ਕਿਸਾਨ ਨੂੰ ਤਾਂ ਖੇਤੀ 'ਚੋਂ ਵੇਲ ਨਹੀਂ ਜੀ, ਬਿਲਕੁਲ ਨਹੀਂ ਵੇਲ ਹੈਗਾ, ਤਾਂ ਨਾ ਅਫੋਰਡ ਕਰ ਸਕਦਾ ਹੈਗਾ। ਸੋ ਬਹੁਤੀਆਂ ਤਾਂ ਲੀਡਰੀਆਂ ਚਮਕਾਉਣ ਦੀਆਂ ਗੱਲਾਂ ਚੱਲ ਰਹੀਆਂ ਹੈਗੀਆਂ। ਅਤੇ ਜਿਹੜੀਆਂ 12 ਪਾਰਟੀਆਂ ਹੁਣ ਕਹਿੰਦੀਆਂ ਆ ਟਾਰਗੇਟ ਸਿਰਫ ਇੱਕੋ ਬੀਜੇਪੀ ਆ ਔਰ ਟਾਰਗੇਟ ਸਿਰਫ ਮੋਦੀ ਆ। ਮੋਦੀ ਕਿਸਾਨਾਂ ਦਾ ਹਿਤੈਸ਼ੀ ਆ। ਹੁਣ DAP ਖਾਦ ਦੇ ਰੇਟ ਵਧੇ ਆ। 15,000 ਸਬਸਿਡੀ ਇਨ ਵਨ ਸਟ੍ਰੋਕ, 15,000 ਕਰੋੜ ਸਬਸਿਡੀ ਇਨ ਵਨ ਸਟ੍ਰੋਕ ਮੋਦੀ ਸਰਕਾਰ ਨੇ ਦੇ ਦਿੱਤੀ। 90,000 ਕਰੋੜ ਮੋਦੀ ਸਰਕਾਰ ਜਿਹੜੀ ਹੈਗੀ ਆ ਉਹ ਪਾ ਰਹੀ ਹੈਗੀ ਆ ਕਿਸਾਨ ਸਨਮਾਨ ਨਿਧੀ। ਫਿਰ ਆ ਯੂਰੀਏ ਲਈ ਡਾਂਗਾ ਖਾਂਦੇ ਸੀ, ਬਲੈਕ 'ਚ ਵਿਕਦਾ ਸੀ, ਉਹ ਨੀਮ ਕੋਟਡ ਕਰਕੇ ਉਹ ਬਿਲਕੁਲ ਸਮੂਥ ਉਹਦੀ ਡਿਲੀਵਰੀ ਹੋ ਰਹੀ ਆ। ਇੰਨੀਆਂ ਫੈਸਿਲਿਟੀਆਂ ਮੋਦੀ ਸਰਕਾਰ ਦੇ ਰਹੀ ਹੈਗੀ ਆ ਕਿਸਾਨਾਂ ਨੂੰ। ਉਹ ਦੂਜੇ ਪਾਸੇ ਆ ਸਾਡੇ ਕੈਪਟਨ ਸਾਹਿਬ ਬੈਠੇ ਆ। 90,000 ਕਰੋੜ ਲੋਨ ਬਣ ਗਿਆ ਤਾਂ ਚੀਕਾਂ ਨਿਕਲੀਆਂ ਪਈਆਂ।
6000 7000 ਕਰੋੜ ਵੀ ਨਹੀਂ ਦੇ ਹੋਇਆ ਹਾਲੇ ਤੱਕ। 4700 ਕਰੋੜ ਦਿੱਤਾ, ਬਾਕੀ ਦਾ ਇਸ ਬਜਟ ਦੇ ਵਿੱਚ ਕਿਹਾ ਉਹ ਕਿਹਨੇ ਦੇਣਾ, ਅੱਗੇ ਚੁਣਾਵ ਆ ਜਾਣੇ ਹੈਗੇ ਆ। ਕੋਈ ਕਿਸਾਨਾਂ ਵਾਸਤੇ ਕਿਸੇ ਨੇ ਕੀਤਾ। ਜਿਹੜੇ ਬਹੁਤੇ ਬੋਲਦੇ ਫਿਰਦੇ ਨਾ ਸਾਰੇ ਇਹ ਸਾਰਿਆਂ ਨੇ ਹੀ ਇਹਨਾਂ ਕਾਨੂੰਨਾਂ ਦੀ ਵਕਾਲਤ ਕੀਤੀ ਹੋਈ ਆ, ਪਰ ਕਰ ਨਹੀਂ ਪਾਏ। ਠੀਕ ਆ ਨਾ ਜੀ। ਤੇ ਪਰ ਜੇ ਬੀਜੇਪੀ ਨੇ ਕੀਤਾ, ਮੋਦੀ ਸਾਹਿਬ ਨੇ ਕੀਤਾ, ਕਿਸਾਨਾਂ ਦੀ ਆਮਦਨ 2024 ਤੱਕ ਦੁੱਗਣੀ ਕਰਨੇ ਦੇ ਟੀਚੇ ਨਾਲ ਕੀਤਾ, ਕਿਸਾਨਾਂ ਦੇ ਹਿੱਤ ਵਿੱਚ ਕੀਤਾ। ਐਵੇਂ ਹਵਾ 'ਚ ਗੱਲਾਂ ਅਡਾਨੀ ਅਵਾਨੀ ਪਤਾ ਨਹੀਂ ਕੀ ਇਹ ਕਰੀ ਜਾਂਦੇ ਆ, ਸਿਰਫ ਆਪਣੀਆਂ ਇਹ ਰਾਜਨੀਤੀਆਂ ਚਮਕਾਉਣ ਲਈ ਔਰ ਭਾਜਪਾ ਨੂੰ ਕਾਰਨਰ ਕਰਕੇ ਟਾਰਗੇਟ ਕਰਨੇ ਦਾ ਸਾਰੇ ਐਫਰਟਸ ਹੈਗੀਆਂ। ਸਰ 9 ਮੈਂਬਰੀ ਕਮੇਟੀ ਨੇ ਮੋਦੀ ਸਾਹਿਬ ਨੂੰ ਚਿੱਠੀ ਲਿਖੀ ਹੈ, ਕੇਂਦਰ ਨੂੰ ਚਿੱਠੀ ਲਿਖੀ ਹੈਗੀ ਕਿ ਸਾਡੇ ਨਾਲ ਮੀਟਿੰਗ ਦੁਬਾਰਾ ਕੀਤੀ ਜਾਵੇ। ਤੁਹਾਨੂੰ ਲੱਗਦਾ ਇਸ ਵਾਰ ਕੋਈ ਹੱਲ ਨਿਕਲੇਗਾ ਜੇ ਬੁਲਾਉਂਦੇ? ਚੰਗਾ, ਬਹੁਤ ਚੰਗਾ ਜੀ, ਬਹੁਤ ਚੰਗਾ ਕੀਤਾ 9 ਮੈਂਬਰੀ ਕਮੇਟੀ ਨੇ ਚਿੱਠੀ ਲਿਖੀ ਆ। ਪਰ ਜੇ ਸ਼ਰਤਾਂ ਨਾਲ ਮੀਟਿੰਗ 'ਚ ਆਪਾਂ ਜਾਵਾਂਗੇ, ਪਹਿਲਾਂ ਹੀ ਕਹਾਂਗੇ ਜੀ ਕਾਲੇ ਕਾਨੂੰਨ ਬੰਦ ਹੋਣ, ਕਿਹੜੇ ਕਾਨੂੰਨ ਹਟਾਉਣੇ ਆ ਤਾਂ ਅਸੀਂ ਬਹਿਣਾ, ਉਹ ਕਿਹੜੀ ਸ਼ਰਤ ਹੁੰਦੀ ਆ? ਫਿਰ ਤਾਂ ਜੇ ਇਹੀ ਸਵਾਲ ਬਣਾ ਕੇ ਤੁਰਨਾ ਫਿਰ ਤਾਂ ਬਹੁਤ ਦੇਰ ਦੀਆਂ ਗੱਲਾਂ ਹੋਈਆਂ। 1.5 ਸਾਲ ਲਈ ਇਹ ਸਾਰੇ ਕਾਨੂੰਨ ਪਾਸੇ ਰੱਖੇ ਪਏ ਹੈਗੇ ਆ, ਕਿਸੇ ਨੂੰ ਕੁਝ ਕਹਿੰਦੇ ਤਾਂ ਨਹੀਂ ਨਾ। ਤੁਸੀਂ ਵੀ ਐਜੀਟੇਸ਼ਨ ਪਾਸੇ ਰੱਖੋ, ਗੱਲਬਾਤ ਅੱਛੇ ਮਾਹੌਲ 'ਚ ਕਰੋ। ਹਾਂਜੀ, ਸ਼ਰਤਾਂ ਲਾ ਕੇ ਨਾ ਕੇਂਦਰ ਸਰਕਾਰ ਇਹ ਕਵੇ ਕਿ ਅਸੀਂ ਰੱਦ ਨਹੀਂ ਕਰਨੇ ਤਾਂ ਗੱਲ ਕਰਨੀ ਆ, ਨਾ ਕਿਸਾਨ ਕਹਿਣ ਪਏ ਅਸੀਂ ਰੱਦ ਕਰਾਣੇ ਆ ਜ਼ਰੂਰ, ਇਹ ਸ਼ਰਤਾਂ ਸਾਡੀ ਤਾਂ ਗੱਲ ਕਰਨੀ। ਐਦਾਂ ਗੱਲ ਸਿਰੇ ਨਹੀਂ ਚੜ੍ਹਦੀ। ਇੱਕ ਭਾਰਤ ਦੇ ਵਿੱਚ ਲੋਕ ਸਭਾ ਪਾਰਲੀਮੈਂਟ ਜਿਹੜੀ ਹੈਗੀ, ਰਾਜ ਸਭਾ, ਇਹ ਕੌਂਸਟੀਟਿਊਸ਼ਨਲ ਬਾਡੀਆਂ ਅਸੀਂ ਚੁਣ ਕੇ ਬੰਦੇ ਭੇਜਦੇ ਆ। ਉਹਨਾਂ ਨੇ ਇਹ ਸਾਰੇ ਕਾਨੂੰਨ ਪਾਸ ਕੀਤੇ ਆ ਔਰ ਜੋ ਪਿਛਲੇ 60 ਸਾਲ ਦੀਆਂ ਕਿਸਾਨਾਂ ਦੀਆਂ ਸਮੱਸਿਆਵਾਂ ਹੈਗੀਆਂ ਉਹ ਸਾਰੀਆਂ ਇਹਨਾਂ 'ਚ ਇਨਕੋਰਪੋਰੇਟਡ ਹੈਗੀਆਂ, ਸਾਰੀਆਂ ਹੀ। SS ਜੌਲ ਜਿਹਨੂੰ ਖੇਤੀਬਾੜੀ ਦਾ ਪਿਤਾਮਾ ਕਿਹਾ ਜਾਂਦਾ, ਉਹ ਅੱਜ ਤੱਕ ਖੜਾ ਇਹ ਸਾਰੇ ਕਾਨੂੰਨਾਂ ਦੇ ਹੱਕ ਦੇ ਵਿੱਚ, ਸ਼ੁਰੂ ਤੋਂ ਖੜਾ, ਅੱਜ ਵੀ ਖੜਾ। ਉਹ ਕਿਉਂਕਿ ਪੋਲੀਟੀਕਲ ਬੰਦਾ ਨਹੀਂ ਆ। ਇਹ ਅਕਾਲੀ ਦਲ ਵਾਲੇ ਪਹਿਲਾਂ ਹਮਾਇਤ ਕਰਦੇ ਰਹੇ, ਅੱਜ ਪਿੱਛੇ ਹੋ ਗਏ ਆਪਣੇ ਰਾਜਨੀਤਿਕ ਸਵਾਰਥਾਂ ਲਈ। ਇਹੀ ਕਾਂਗਰਸ ਦੇ ਰਾਹੁਲ ਗਾਂਧੀ, ਕਪਿਲ ਸਿੱਬਲ ਇਹ ਹੱਕ 'ਚ ਡਿਬੇਟ ਕਰਦੇ ਰਹੇ, ਅੱਜ ਪਿੱਛੇ ਹੋ ਗਏ ਆਪਣੇ ਰਾਜਨੀਤਿਕ ਸਵਾਰਥਾਂ ਲਈ। ਆਪ ਦਾ ਤਾਂ ਕੋਈ ਸਿਰ ਪੈਰ ਹੀ ਹੈ ਨਹੀਂ ਆ, ਉਹ ਤਾਂ ਬੇਪੈਂਦਾ ਲੋਟਾ ਹੈਗਾ ਆ, ਉਹਨਾਂ ਦੀ ਤਾਂ ਗੱਲੇ ਹੀ ਛੱਡ ਦਿਓ ਤੁਸੀਂ। ਸੋ ਰਾਜਨੀਤਿਕ ਹਿੱਤ ਸਾਧਨੇ ਲਈ ਇਹ ਕਿਸਾਨਾਂ ਦਾ ਬੇੜਾ ਗਰਕ ਕਰਾ ਰਹੇ ਸਾਰੇ ਰਾਜਨੀਤਿਕ ਪਾਰਟੀਆਂ। ਸਰ ਗੁਰਨਾਮ ਸਿੰਘ ਚੜੂਨੀ ਦਾ ਇੱਕ ਬਿਆਨ ਆਇਆ ਸੀਗਾ ਚੰਡੀਗੜ੍ਹ ਦੇ ਵਿੱਚ ਕਿ ਸਾਨੂੰ ਕਰੋਨਾ ਤੋਂ ਡਰ ਨਹੀਂ ਲੱਗਦਾ, ਕਰੋਨਾ ਵੈਕਸੀਨੇਸ਼ਨ ਤੋਂ ਡਰ ਲੱਗਦਾ, ਕਿ ਪਤਾ ਨਹੀਂ ਭਾਜਪਾ ਵੱਲੋਂ, ਸੈਂਟਰ ਵੱਲੋਂ ਵੈਕਸੀਨੇਸ਼ਨ ਆ ਰਹੀ, ਸਾਨੂੰ ਜ਼ਹਿਰ ਹੀ ਨਾ ਲਗਾ ਦੇਣ ਕਿਤੇ। ਉਹਨੂੰ ਕਿੱਦਾਂ ਦੇਖਦੇ ਹੋ? ਦੇਖੋ, ਇਹ ਲੋਕ ਤਾਂ ਰਾਜਨੀਤੀ ਕਰ ਲਓ, ਕਰੋਨਾ ਤਾਂ ਕੋਈ ਪੋਲੀਟੀਕਲ ਨਹੀਂ ਨਾ ਬਿਮਾਰੀ, ਉਹਨੇ ਤਾਂ ਨਹੀਂ ਦੇਖਣਾ ਇਹ ਕਿਸਾਨ ਆ ਜਾਂ ਇਹ ਸੰਤ ਆ ਜਾਂ ਸਾਧੂ ਆ ਜਾਂ ਮਹਾਤਮਾ ਆ ਜਾਂ ਸਧਾਰਨ ਬੰਦਾ। ਕਰੋਨਾ ਨੂੰ ਕੋਈ ਰਾਜਨੀਤੀ ਨਹੀਂ ਆਉਂਦੀ ਜਿੱਥੇ ਉਹਦੀਆਂ ਸ਼ਰਤਾਂ ਦੀ ਉਲੰਘਣਾ ਹੋਊਗੀ, ਬੰਦੇ ਇਕੱਠੇ ਹੋਊਗੇ, ਦੂਰੀ ਨਹੀਂ ਬਣੂਗੀ ਔਰ ਇੱਕ ਦੂਜੇ ਨੂੰ ਛੂਹ ਕੇ ਬਿਮਾਰੀ ਜਾ ਸਕਦੀ ਆ, ਉਹਨੇ ਫੈਲਾ ਦੇਣੀ ਆ, ਚਾਹੇ ਉਹ ਕਿਸਾਨ ਅੰਦੋਲਨ ਹੋਵੇ, ਚਾਹੇ ਉਹ ਕੋਈ ਕੁਛ ਵੀ ਹੋਵੇ। ਇਸ ਕਰਕੇ ਇੱਦਾਂ ਦੇ ਜਿਹੜੀਆਂ ਸਟੇਟਮੈਂਟਾਂ ਨੂੰ ਕੋਈ ਮਤਲਬ ਨਹੀਂ ਹੈਗਾ। ਲੋਕਾਂ ਨੂੰ ਗੁੰਮਰਾਹ ਕਰਨਾ ਔਰ ਆਪਣੀਆਂ ਲੀਡਰੀਆਂ ਚਮਕਾਉਣ ਤੋਂ ਇਲਾਵਾ ਕੋਈ ਇੱਕ ਪੈਸੇ ਦਾ ਮਤਲਬ ਨਹੀਂ ਹੈਗਾ। ਇਹ ਸਾਰੀਆਂ ਸਾਇੰਟੀਫਿਕ ਚੀਜ਼ਾਂ ਡਾਕਟਰਾਂ ਨੇ ਇਹਦੇ ਬਾਰੇ ਰਿਸਰਚ ਕਰਨੀ, ਉਹਨਾਂ ਨੇ ਸਾਰੇ ਪ੍ਰੋਟੋਕੋਲ ਫਿਕਸ ਕਰਨੇ ਹੈਗੇ ਆ, ਤਾਂ ਇਹ ਲੋਕਾਂ ਨੂੰ ਬੇਵਕੂਫ ਬਣਾਉਂਦੇ। ਸਰ ਆਉਣ ਵਾਲੇ 2022 ਇਲੈਕਸ਼ਨਾਂ ਦੇ ਵਿੱਚ ਭਾਜਪਾ ਦੀ ਕੀ ਤਿਆਰੀ ਹੈ? ਸਰ ਇਸ ਵੇਲੇ ਅਕਾਲੀ ਦਲ ਤੋਂ ਅਲੱਗ ਹੋ ਕੇ ਪਹਿਲੀ ਵਾਰ ਪੰਜਾਬ ਇਲੈਕਸ਼ਨ ਲੜੀ। ਭਾਜਪਾ 117 ਸੀਟਾਂ 'ਤੇ ਲੜੇਗੀ ਔਰ ਭਾਜਪਾ ਸਰਕਾਰ ਬਣਾਏਗੀ। ਅੱਜ ਸਿਰਫ ਇੱਕ ਭਾਜਪਾ ਐਸੀ ਪਾਰਟੀ ਆ ਜਿਸ 'ਤੇ ਵਿਸ਼ਵਾਸ ਕੀਤਾ ਜਾ ਸਕਦਾ। ਦੇਖੋ, ਸਾਰੀਆਂ ਪਾਰਟੀਆਂ ਲੋਕਾਂ ਨੇ ਪਰਖ ਲਈਆਂ ਹੈਗੀਆਂ। ਆਮ ਆਦਮੀ ਪਾਰਟੀ ਵੱਡੇ ਦਾਅਵੇ ਕਰਦੇ ਸੀ, ਦਿੱਲੀ ਦੇ ਵਿੱਚ ਟੋਟਲ ਕਲੈਪਸ ਆ ਇਹਨਾਂ ਦਾ। ਜਿਸਲੇ ਤਾਂ ਟੀਕੇ ਲਗਵਾਉਣ ਦੀ ਗੱਲ ਆਉਂਦੀ ਆ, ਕੇਜਰੀਵਾਲ ਦੀ ਐਡ ਆ ਰਹੀ ਆ, ਪੰਜਾਬ ਦੇ ਚੈਨਲਾਂ 'ਤੇ ਐਡ ਆ ਰਹੀ ਆ, ਤੁਹਾਡੇ ਅਸੀਂ ਮੁਫਤ ਟੀਕਾ ਲਵਾ ਰਹੇ ਹਾਂ। ਜਿਸਲੇ ਸੈਂਟਰ ਨੂੰ ਬਦਨਾਮ ਕਰਨਾ ਹੁੰਦਾ, ਕਹਿੰਦੇ ਜੀ ਸੈਂਟਰ ਟੀਕੇ ਨੇ ਭੇਜਦਾ। ਜੇ ਟੀਕੇ ਨੇ ਭੇਜਦਾ ਤਾਂ ਫਿਰ ਇਹ ਵੀ ਐਡ 'ਚ ਕਿਹਾ ਕਰੋ ਕਿ ਸੈਂਟਰ ਟੀਕੇ ਤੁਹਾਡੇ ਲਵਾ ਰਿਹਾ ਹੈਗਾ। ਜਿਸਲੇ ਚੀਜ਼ ਆਪਣੇ ਹੱਕ 'ਚ ਜਾਂਦੀ ਆ ਤਾਂ ਅਸੀਂ ਕਰ ਰਹੇ ਹਾਂ। ਜਿਸਲੇ ਕੋਈ ਮਾੜੀ ਮੋਟੀ ਕਮੀ, ਉਹ ਵੀ ਖਾਸ ਤੌਰ 'ਤੇ ਇਹਨਾਂ ਕੋਲ ਪ੍ਰਬੰਧ ਨਹੀਂ ਆ, ਚਾਹੇ ਉਹ ਵੈਂਟੀਲੇਟਰ ਦਾ ਮਾਮਲਾ ਆ, ਚਾਹੇ ਉਹ ਹਸਪਤਾਲ ਬੈੱਡਾਂ ਦਾ, ਆਕਸੀਜਨ ਦਾ। ਸਟੇਟ ਗਵਰਨਮੈਂਟਾਂ ਦਿੱਲੀ ਦੀ, ਪੰਜਾਬ ਦੀ ਨੇ 1 ਸਾਲ 'ਚ ਕੋਈ ਤਿਆਰੀ ਨਹੀਂ ਕੀਤੀ। ਡਾਕਟਰਾਂ ਦੀਆਂ ਭਰਤੀਆਂ ਅੱਜ ਐਡਵਰਟੀਜ਼ਮੈਂਟ ਕਰ ਰਹੇ ਆ, ਨਰਸਾਂ ਦੀਆਂ ਭਰਤੀਆਂ ਦੀ ਅੱਜ ਐਡਵਰਟੀਜ਼ਮੈਂਟ ਕਰ ਰਹੇ ਆ, 4th ਕਲਾਸ ਦੀ ਅੱਜ ਐਡਵਰਟੀਜ਼ਮੈਂਟ ਕਰ ਰਹੇ ਆ। ਇਹ ਕਰੋਨਾ ਨਾਲ ਲੜਨ ਤੁਰੇ ਹੋਏ ਆ, ਸਾਲ ਹੋ ਗਿਆ ਇਹਨਾਂ ਨੂੰ ਪਤਾ ਸੀ ਦੂਜੀ ਲਹਿਰ ਆਉਣੀ ਹੈਗੀ ਆ। ਵੈਂਟੀਲੇਟਰ ਸੈਂਟਰ ਨੇ ਭੇਜੇ ਆ, ਉੱਥੇ ਕਵਾੜਖਾਨੇ 'ਚ ਪਏ ਹੈਗੇ ਆ। ਇੱਥੇ ਹੁਸ਼ਿਆਰਪੁਰ 'ਚ 4 ਵੈਂਟੀਲੇਟਰ ਆਏ, ਉਹ ਪ੍ਰਾਈਵੇਟ ਸੰਸਥਾਵਾਂ ਨੂੰ ਦਿੱਤੇ, ਉਹਨਾਂ ਕੋਲ ਆਪਰੇਟਰ ਹੀ ਹੈ ਨਹੀਂ, ਡਾਕਟਰ ਹੀ ਹੈ ਨਹੀਂ।
ਹਾਂਜੀ ਝੂਠੇ ਫਿਗਰ, ਝੂਠੇ ਫਰਜੀ ਸਾਰੇ ਬੈੱਡ ਦਿਖਾ ਰਹੇ ਆ। ਜਾ ਕੇ ਦੇਖ ਲਓ ਸਿਵਲ ਹਸਪਤਾਲ 'ਤੇ ਇਹਨਾਂ ਦਾ ਵੈਬਸਾਈਟ 'ਤੇ ਦੇਖ ਲਓ ਕਿੰਨੇ ਬੈੱਡ ਹੈਗੇ ਆ ਦਿਖਾਏ ਵੇ, ਅਤੇ ਮੌਕੇ 'ਤੇ ਕੀ ਆ ਬਾਕੀ ਮਰੀਜ਼ਾਂ ਦਾ ਇਲਾਜ ਹੀ ਨਹੀਂ ਹੋ ਰਿਹਾ ਜਿਹੜੇ ਕਰੋਨਾ ਤੋਂ ਇਲਾਵਾ ਹੈਗੇ ਆ। ਸੋ ਬਿਲਕੁਲ ਕਲੈਪਸ ਹੋਇਆ ਪਿਆ ਸਿਸਟਮ, ਹੈਲਥ ਸਿਸਟਮ ਤਾਂ ਪੰਜਾਬ 'ਚ ਨਹਿਸ ਤਹਿਸ, ਆਪਸੀ ਲੜਾਈ 'ਚ ਲੱਗੇ ਆ। ਹਾਂਜੀ ਕਰਪਸ਼ਨ 'ਚ ਲੱਗੇ ਆ, ਮਾਈਨਿੰਗ 'ਚ ਲੱਗੇ ਆ। ਹਾਂਜੀ ਸ਼ਰਾਬ ਵੇਚੀ ਜਾਂਦੇ ਆ ਨਕਲੀ, 125 ਬੰਦੇ ਮਰ ਗਏ। ਕੋਈ ਚਿੰਤਾ ਹੀ ਨਹੀਂ ਕਿਸੇ ਨੂੰ, ਆਪਸ 'ਚ ਲੜ ਕੇ ਪੰਜਾਬ ਦਾ ਬੇੜਾ ਗਰਕ ਕਰਨ ਲਿਆ ਹੈ ਸਰਕਾਰ ਨੇ। ਸਰ ਜਿਹੜੀ ਇਸ ਵੇਲੇ ਕਾਂਗਰਸ ਦੇ ਵਿੱਚ ਆਪਸ 'ਚ ਮਤਭੇਦ ਚੱਲ ਰਿਹਾ ਮੰਤਰੀਆਂ, ਉਹਦਾ ਫਾਇਦਾ ਮਿਲੇਗਾ ਭਾਜਪਾ ਨੂੰ ਕੋਈ? ਅਸੀਂ ਤਾਂ ਬਹੁਤ ਦੇਰ ਦੀ ਉਹੀ ਗੱਲ ਕਹਿੰਦੇ, ਜਿਹੜੇ ਇਹਨਾਂ ਦੇ ਮੰਤਰੀ ਤੇ ਐਮਐਲਏ ਕਹਿੰਦੇ ਆ ਕੈਪਟਨ ਸਰਕਾਰ ਸਿਰੇ ਤੋਂ ਫੇਲ ਆ, ਹਰ ਫਰੰਟ ਤੇ ਫੇਲ ਆ, ਕੋਈ ਵਾਅਦਾ ਨਹੀਂ ਪੂਰਾ ਕਰ ਸਕੀ। ਪੰਜਾਬ 'ਚ ਜ਼ੀਰੋ ਵਿਕਾਸ ਹੋਇਆ ਇਸ ਇਹਨਾਂ ਪੌਣੇ 4.5 ਸਾਲਾਂ ਦੇ ਵਿੱਚ, ਔਰ ਝੂਠ ਦੇ ਇਹ ਬੁਨਿਆਦ ਤੇ ਖੜੀ ਸਰਕਾਰ ਆ। ਇੱਥੇ ਤੱਕ ਕਿ ਜਿਹੜੇ ਵਾਅਦੇ ਕੀਤੇ ਗੁਟਕਾ ਸਾਹਿਬ ਫੜ ਕੇ ਉਹ ਵੀ ਨਹੀਂ ਪੂਰੇ ਹੋਏ। ਸੋ ਇਸ ਕਰਕੇ ਇਹਨਾਂ ਦੇ ਮੰਤਰੀਆਂ ਨੇ ਖੁਦ ਕਹਿ ਦਿੱਤਾ ਵੀ ਕੈਪਟਨ ਦੀ ਅਗਵਾਈ 'ਚ ਅਸੀਂ ਲੜਾਂਗੇ ਇਲੈਕਸ਼ਨ, ਤਾਂ ਸਾਡੀ ਸਰਕਾਰ ਨਹੀਂ ਬਣ ਸਕਦੀ। ਉਹ ਜੋ ਅਸੀਂ ਕਹਿੰਦੇ ਸੀ ਇਹਨਾਂ ਨੇ ਆਪ ਕਨਫਰਮ ਕੀਤਾ। ਪਰ ਇਹਨਾਂ ਦੀ ਲੜਾਈ ਤੋਂ ਅਸੀਂ ਕੀ ਲੈਣਾ, ਪੰਜਾਬ ਦੇ ਲੋਕਾਂ ਨੇ ਕੀ ਲੈਣਾ? ਪੰਜਾਬ ਦੇ ਲੋਕਾਂ ਨੂੰ ਤਾਂ ਵਿਕਾਸ ਚਾਹੀਦਾ, ਸਵਾਸਥ ਸੁਵਿਧਾਵਾਂ ਚਾਹੀਦੀਆਂ। ਕੈਪਟਨ ਸਰਕਾਰ ਬਿਲਕੁਲ ਫੇਲ ਹੈ। ਸਰ ਆਖਰੀ ਸਵਾਲ ਹੈ, ਹੁਸ਼ਿਆਰਪੁਰ ਦੇ ਵਿੱਚ ਤੁਸੀਂ ਬੜੀ ਵੱਡੀ ਗੱਲ ਹੈ, ਬੜੀ ਮਾਣ ਦੀ ਗੱਲ ਹੈ ਕਿ ਕੈਬਨਿਟ ਮਿਨਿਸਟਰ ਮੋਦੀ ਸਾਹਿਬ ਦੇ ਤੁਸੀਂ ਬਹੁਤ ਕਰੀਬੀ ਹੋ, ਹੁਸ਼ਿਆਰਪੁਰ 'ਚ ਰਹਿ ਰਹੇ ਹੋ। ਕਰੋਨਾ ਦੇ ਚੱਲਦੇ ਇਸ ਵੇਲੇ ਹੁਸ਼ਿਆਰਪੁਰ ਵਾਸੀਆਂ ਨੂੰ ਕੀ ਮੈਸੇਜ ਦਿਓਗੇ ਅਤੇ ਕਿਸਾਨਾਂ ਨੂੰ ਕੀ ਮੈਸੇਜ ਦਿਓਗੇ ਲਾਸਟ? ਦੇਖੋ ਅਸੀਂ ਤਾਂ ਕੰਮ ਕਰਨੇ 'ਚ ਯਕੀਨ ਕਰਦੇ ਹਾਂ। ਪਿਛਲੇ 1 ਸਾਲ ਤੋਂ ਚਾਹੇ ਇਹ ਸਰਕਾਰ ਰਾਸ਼ਨ ਵੀ ਖਾਂਦੀ ਰਹੀ, ਰਾਸ਼ਨ ਦੇ ਵੀ ਸਕੈਂਡਲ ਕਰਤੇ। ਬੀਜੇਪੀ ਦਾ ਇੱਕ ਕਾਰਿਆਕਰਤਾ ਪਿਛਲੇ 1 ਸਾਲ ਤੋਂ, ਪਿਛਲੀ ਵਾਰੀ ਅਨਾਜ ਦੀ ਕਮੀ ਸੀ, ਲੋਕਡਾਊਨ ਕਰਕੇ, ਕਰਫਿਊ ਕਰਕੇ ਲਗਾਤਾਰ ਅਨਾਜ ਵੰਡਿਆ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਕਿਤੋਂ ਨਹੀਂ ਮਿਲਿਆ, ਹਾਲਾਂਕਿ ਉਹ ਹੱਕਦਾਰ ਵੀ ਸੀਗੇ। ਹੁਣ ਵੀ ਮੋਦੀ ਸਰਕਾਰ ਦਾ ਅਨਾਜ ਆਇਆ ਪਿਆ ਹੈਗਾ, ਇਹ ਪਤਾ ਨਹੀਂ ਕੀ ਅੰਦਰੋਂ ਅੰਦਰੀ ਕਰਦੇ। ਪਿਛਲੀ ਵਾਰੀ ਤਾਂ ਕੈਪਟਨ ਦੀ ਬੋਰਿਆਂ 'ਤੇ ਫੋਟੋ ਖਿਚਾਉਣੀ ਸੀਗੀ, ਲਾਣੀ ਸੀਗੀ, ਅੱਜ ਕੀ ਪਤਾ ਨਹੀਂ ਕੀ ਕਰਦੇ ਆ, ਵੰਡੇ ਹੀ ਨਹੀਂ ਰਹੇ। ਸੋ ਹੁਣ ਅਨਾਜ ਵੀ ਵੰਡਣਾ ਦੁਆਰਾ ਪੈ ਗਿਆ ਸਾਨੂੰ। ਪਰ ਐਤਕੀ ਸਾਡਾ ਟਾਰਗੇਟ, ਅਸੀਂ ਇੱਕ ਅਭਿਆਨ ਚਲਾਇਆ ਹੈ ਸੇਵਾ ਹੀ ਸੰਗਠਨ ਦਾ, ਉਹ 'ਚ ਅਸੀਂ ਸਾਰੇ ਹਮ ਵਿਚਾਰਕ ਜਿਹੜੇ ਹੈਗੇ ਆ ਲੋਕ, ਜਿਹੜੇ ਹਿਊਮੈਨਿਟੀ ਨੂੰ ਦੀ ਸੇਵਾ ਕਰਨ ਵਾਲੇ ਲੋਕ ਇਕੱਠੇ ਹੋਏ ਆ। ਦਵਾਈਆਂ, ਆਕਸੀਜਨ, ਹਾਂਜੀ ਮਾਸਕ, ਸੈਨੀਟਾਈਜ਼ਰ, ਇਹ ਸਾਰਾ ਵੰਡ ਰਹੇ ਆ। ਔਰ ਮੇਰਾ ਤਾਂ ਇੱਕੋ ਹੀ ਮੈਸੇਜ ਆ ਕਿ ਕਰੋਨਾ ਨਾਲ ਲੜਾਈ ਦਾ ਵਕਤ ਹੈ, ਰਾਜਨੀਤੀ ਕਰਨੇ ਦਾ ਵਕਤ ਨਹੀਂ ਹੈ। ਇਹ ਲੋਕ ਜਿਹੜੇ ਅੱਜ ਕਦੀ ਕਿਸਾਨੀ ਦੇ ਨਾਂ 'ਤੇ ਰਾਜਨੀਤੀ ਕਰਦੇ, ਕਦੀ ਕਰੋਨਾ ਦੇ ਨਾਂ 'ਤੇ ਰਾਜਨੀਤੀ ਕਰਦੇ ਆ, ਲੋਕ ਇਹਨਾਂ ਨੂੰ ਫਟਕਾਰਨਗੇ 22 ਦੇ ਚੁਣਾਵ 'ਚ, ਇਹਨਾਂ ਨੂੰ ਦੂਰ ਰੱਖਣਗੇ, ਕਿਉਂਕਿ ਇਹਨਾਂ ਦੇ ਸਭ ਦੇ ਚਿਹਰੇ ਬੇਨਕਾਬ ਹੋ ਚੁੱਕੇ।